ਹੈਲੋ एवरीवन ਵੈਲਕਮ ਟੂ ਕੈਰੀਅਰ ਕੁਐਸਟ। ਹੋਪਫੁਲੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਬਹੁਤ ਅੱਛੇ ਤਰੀਕੇ ਦੇ ਨਾਲ ਆਪਣੀ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋਵੋਗੇ। ਸੋ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਪੋਲਿਟੀ ਦੀ ਸੀਰੀਜ਼ ਨੂੰ ਸਟਾਰਟ ਕੀਤਾ ਹੋਇਆ ਹੈ। ਅੱਜ ਆਪਾਂ ਪੋਲਿਟੀ ਦੀ ਸੀਰੀਜ਼ ਦਾ 4th ਲੈਕਚਰ ਕਰਾਂਗੇ ਜਿਹਦੇ ਵਿੱਚ ਆਪਾਂ MCQs ਨੂੰ ਡਿਸਕਸ ਕਰਦੇ ਹਾਂ। ਸੋ ਆਪਾਂ MCQs ਨੇ ਇਸ ਤਰੀਕੇ ਦੇ ਨਾਲ ਡਿਸਕਸ ਕਰ ਰਹੇ ਹਾਂ ਕਿ ਆਪਣੇ ਅਗਰ ਇੱਕ ਕੁਐਸਚਨ ਨੂੰ ਆਪਾਂ ਡਿਸਕਸ ਕਰ ਰਹੇ ਹਾਂ ਤਾਂ ਉਹਦੇ ਰਿਗਾਰਡਿੰਗ ਜਿੰਨੇ ਵੀ ਐਡੀਸ਼ਨਲ ਪੁਆਇੰਟਸ ਹੋਣਗੇ ਉਹ ਆਪਾਂ ਵਾਈਟ ਬੋਰਡ ਦੇ ਉੱਤੇ ਰਾਈਟ ਡਾਊਨ ਕਰ ਬਲੈਕ ਬੋਰਡ ਹੈ ਬਲੈਕ ਬੋਰਡ ਦੇ ਉੱਤੇ ਰਾਈਟ ਡਾਊਨ ਕਰਦੇ ਜਾਣਾ ਐਜ਼ ਵੈਲ ਐਜ਼ ਤੁਸੀਂ ਆਪਣਾ ਕਾਪੀ ਪੈਨ ਲੈ ਕੇ ਨਾਲ ਬੈਠਣਾ ਤਾਂ ਜੋ ਤੁਹਾਡੇ ਇੱਕ ਕੁਐਸਚਨ ਦੇ ਨਾਲ ਤੁਹਾਡੇ 10 ਤੋਂ 15 ਕੁਐਸਚਨ ਕਵਰ ਹੁੰਦੇ ਜਾਣ। ਠੀਕ ਹੈ, ਮਿਨੀਮਮ ਤੁਸੀਂ ਦੇਖਿਆ ਹੋਏਗਾ ਕਿ 5 ਕੁਐਸਚਨ ਦਾ ਤੁਹਾਡੇ ਕਵਰ ਹੀ ਹੁੰਦੇ ਨੇ ਅਗਰ ਆਪਾਂ ਇੱਕ ਕੁਐਸਚਨ ਨੂੰ ਪੂਰੇ ਡੀਪਲੀ ਡਿਸਕਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਹੋਪਫੁਲੀ ਅਗਰ ਤੁਹਾਨੂੰ ਪਸੰਦ ਆ ਰਹੀਆਂ ਸੀਰੀਜ਼ ਦੇ ਇਹ ਲੈਕਚਰ ਪਸੰਦ ਆ ਰਹੇ ਨੇ ਤਾਂ ਤੁਸੀਂ ਆਪਣਾ ਰਿਵਿਊ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਤਾਂ ਜੋ ਤੁਹਾਨੂੰ ਡੇ ਬਾਈ ਡੇ ਕੀ ਮਿਲਦੀ ਰਹੇ ਵੀਡੀਓਜ਼ ਮਿਲਦੀਆਂ ਰਹਿਣ। ਸੋ ਲੈਟਸ ਸਟਾਰਟ ਫॉर ਆਪਣਾ ਫਸਟ ਕੁਐਸਚਨ ਤੋਂ ਸਟਾਰਟ ਕਰਦੇ ਹਾਂ। ਫਸਟ ਕੁਐਸਚਨ ਕੀ ਹੈ, ਇਨ ਵਿਚ ਕੇਸ ਸੁਪਰੀਮ ਕੋਰਟ ਲੇਡ ਡਾਊਨ ਦ ਡਾਕਟਰਾਈਨ ਆਫ ਬੇਸਿਕ ਸਟਰਕਚਰ। ਕਹਿੰਦੇ ਸੁਪਰੀਮ ਕੋਰਟ ਦਾ ਕਿਹੜਾ ਕੇਸ ਸੀ ਜਿਸ ਦੇ ਵਿੱਚ ਕਨਸਟੀਟਿਊਸ਼ਨ ਦੇ ਬੇਸਿਕ ਸਟਰਕਚਰ ਬਾਰੇ ਗੱਲ ਕੀਤੀ ਗਈ ਸੀ। ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼ ਹੈ ਬੇਸਿਕ ਸਟਰਕਚਰ ਦੀ ਕਿ ਪੁੱਛਿਆ ਜਾ ਰਿਹਾ ਹੈ ਕਿ ਬੇਸਿਕ ਸਟਰਕਚਰ ਬਾਰੇ ਗੱਲ ਕਿਸ ਦੇ ਵਿੱਚ ਕੀਤੀ ਗਈ ਸੀ। ਬੇਸਿਕ ਸਟਰਕਚਰ ਦੀ ਜੋ ਗੱਲ ਹੈ ਕਨਸਟੀਟਿਊਸ਼ਨ ਸੰਵਿਧਾਨ ਦੇ ਬੇਸਿਕ ਸਟਰਕਚਰ ਦੀ ਜੋ ਗੱਲ ਹੈ ਉਹ ਸਾਡੇ ਸੁਪਰੀਮ ਕੋਰਟ ਦੇ ਕਿਹੜੇ ਕੇਸ ਦੇ ਵਿੱਚ ਕੀਤੀ ਗਈ ਸੀ। ਫਸਟਲੀ ਤੁਸੀਂ ਵਿਦਿਨ 30 ਸੈਕਿੰਡ ਖੁਦ ਇਸ ਕੁਐਸਚਨ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਹੈ, ਆਨਸਰ ਕਰਨ ਦੀ ਕੋਸ਼ਿਸ਼ ਕਰਨੀ ਹੈ। ਆਫਟਰ ਦੈਟ ਆਪਾਂ ਦੇਖਾਂਗੇ ਕਿ ਬੇਸਿਕ ਸਟਰਕਚਰ ਦੀ ਗੱਲ ਕੀਤੀ ਗਈ ਸੀ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਕੇਸ਼ਵ ਨੰਦਾ ਭਾਰਤੀ ਕੇਸ ਦੇ ਵਿੱਚ। ਕਿਸ ਕੇਸ ਦੇ ਵਿੱਚ? ਕੇਸ਼ਵ ਨੰਦਾ ਭਾਰਤੀ ਕੇਸ ਕਦੋਂ ਹੋਇਆ ਸੀ? 1973 ਦੇ ਵਿੱਚ ਇਹ ਕੇਸ ਹੋਇਆ ਸੀ। ਸਭ ਤੋਂ ਲੰਬਾ ਕੇਸ ਚੱਲਿਆ ਸੀ ਤੇ ਸਭ ਤੋਂ ਜ਼ਿਆਦਾ ਬੈਂਚਸ ਦੇ ਦੁਆਰਾ ਇਹ ਜੋ ਕੇਸ ਸੀ ਕੇਸ਼ਵ ਨੰਦਾ ਭਾਰਤੀ ਕੇਸ ਇਹ ਕੰਡਕਟ ਕੀਤਾ ਗਿਆ ਸੀ। ਕੇਸ਼ਵ ਨੰਦਾ ਭਾਰਤੀ ਕੇਸ ਦੇ ਵਿੱਚ ਕੀ ਕਿਹਾ ਗਿਆ ਕਿ ਕੀ ਹੋਇਆ? ਬੇਸਿਕ ਸਟਰਕਚਰ ਦੀ ਗੱਲ ਕੀਤੀ ਗਈ ਹੈ। ਹੁਣ ਇਹ ਬੇਸਿਕ ਸਟਰਕਚਰ ਹੁੰਦਾ ਕੀ ਹੈ? ਦੇਖੋ ਸਾਡੇ ਸੰਵਿਧਾਨ ਸਾਡੇ ਕਨਸਟੀਟਿਊਸ਼ਨ ਦਾ ਉਹ ਪਾਰਟ ਜਿਸ ਨੂੰ ਅਸੀਂ ਕਨਸਟੀਟਿਊਸ਼ਨਲ ਅਮੈਂਡਮੈਂਟ ਦੇ ਨਾਲ ਵੀ ਅਮੈਂਡ ਨਹੀਂ ਕਰ ਸਕਦੇ, ਜਿਸ ਦੇ ਨਾਲ ਅਸੀਂ ਜਿਸ ਨੂੰ ਟੱਚ ਵੀ ਨਹੀਂ ਕਰ ਸਕਦੇ, ਉਸ ਨੂੰ ਚੇਂਜ ਕਰਨਾ ਤਾਂ ਬੜੀ ਦੂਰ ਦੀ ਗੱਲ, ਆਪਾਂ ਉਸ ਬੇਸਿਕ ਸਟਰਕਚਰ ਨੂੰ ਹਿਲਾਉਣ ਬਾਰੇ ਸੋਚ ਵੀ ਨਹੀਂ ਸਕਦੇ। ਸੋ ਉਹ ਬੇਸਿਕ ਸਟਰਕਚਰ ਦੀ ਗੱਲ ਕਿਸ ਦੇ ਵਿੱਚ ਕੀਤੀ ਗਈ ਸੀ? ਕੇਸ਼ਵ ਨੰਦਾ ਭਾਰਤੀ ਕੇਸ ਦੇ ਵਿੱਚ। ਅਗਰ ਆਪਾਂ ਦੇਖਿਆ ਜਾਵੇ ਕਿ ਸਾਡੇ ਸੰਵਿਧਾਨ ਸਾਡੇ ਕਨਸਟੀਟਿਊਸ਼ਨ ਦੇ ਬੇਸਿਕ ਸਟਰਕਚਰ ਦੇ ਵਿੱਚ ਆਉਂਦਾ ਕੀ ਹੈ ਤਾਂ ਆਪਾਂ ਦੇਖਾਂਗੇ ਸੁਪਰੀਮੇਸੀ ਆਫ ਕਨਸਟੀਟਿਊਸ਼ਨ ਕਿ ਕਨਸਟੀਟਿਊਸ਼ਨ ਦੀ ਸੁਪਰੀਮੇਸੀ ਕਿ ਕਨਸਟੀਟਿਊਸ਼ਨ ਜੋ ਸਾਡਾ ਸੰਵਿਧਾਨ ਹੈ ਉਹ ਸਭ ਤੋਂ ਉੱਪਰ ਰਹੇਗਾ। ਇਸ ਤੋਂ ਇਲਾਵਾ ਅਗਰ ਦੇਖਿਆ ਜਾਵੇ ਡੈਮੋਕ੍ਰੈਟਿਕ ਐਂਡ ਰਿਪਬਲਿਕਨ ਜੋ ਆਪਣੇ ਪ੍ਰੀਐਮਬਲ ਦੇ ਵਿੱਚ ਦੋ ਵਰਡ ਯੂਜ਼ ਕੀਤੇ ਗਏ ਨੇ ਡੈਮੋਕ੍ਰੈਟਿਕ ਐਂਡ ਰਿਪਬਲਿਕ ਸਟਰਕਚਰ ਆਫ ਕੰਟਰੀ। ਕਹਿਣ ਦਾ ਭਾਵ ਕੀ ਹੈ ਕਿ ਜੋ ਸਾਡੀ ਕੰਟਰੀ ਦੀ ਜੋ ਡੈਮੋਕ੍ਰੇਸੀ ਦਾ ਮਤਲਬ ਕੀ ਹੁੰਦਾ? ਲੋਕਾਂ ਦੀ ਸਰਕਾਰ ਲੋਕਾਂ ਦੁਆਰਾ ਚੁਣੀ ਗਈ, ਲੋਕਾਂ ਦੇ ਲਈ ਚੁਣੀ ਗਈ। ਰਿਪਬਲਿਕ ਦਾ ਮਤਲਬ ਕੀ ਹੋਏਗਾ ਕਿ ਜੋ ਸਾਡਾ ਹੈਡ ਆਫ ਸਟੇਟ ਹੈ, ਹੈਡ ਆਫ ਸਟੇਟ ਕੌਣ ਹੁੰਦਾ? ਪ੍ਰੈਜ਼ੀਡੈਂਟ। ਤਾਂ ਉਹ ਜੋ ਹੋਏਗਾ ਉਹ ਕੀ ਹੋਏਗਾ? ਇਲੈਕਟਿਡ ਬੰਦਾ ਹੋਏਗਾ। ਇਸ ਤੋਂ ਇਲਾਵਾ ਬੇਸਿਕ ਸਟਰਕਚਰ ਦੇ ਵਿੱਚ ਆਉਂਦਾ ਫੈਡਰਲ ਸਟਰਕਚਰ। ਹਾਂਜੀ, ਕੀ ਚੀਜ਼ ਆਉਂਦੀ ਹੈ? ਫੈਡਰਲ ਸਟਰਕਚਰ। ਹੁਣ ਇਹ ਫੈਡਰਲ ਸਟਰਕਚਰ ਕੀ ਹੁੰਦਾ ਹੈ? ਪਾਵਰਸ ਦੀ ਡਿਵੀਜ਼ਨ ਕਰਨੀ। ਪਾਵਰਸ ਦੀ ਡਿਵੀਜ਼ਨ ਕਿਹਨਾਂ ਦੇ ਵਿਚਕਾਰ ਕਰਨੀ? ਸੈਂਟਰ ਅਤੇ ਸਟੇਟ ਦੇ ਵਿਚਕਾਰ ਪਾਵਰ ਦੀ ਡਿਵੀਜ਼ਨ ਕਰਨੀ, ਦੈਟ ਮੀਨਸ ਫੈਡਰਲ ਸਟਰਕਚਰ। ਸੋ ਇਹ ਸਾਰੀਆਂ ਚੀਜ਼ਾਂ ਸਾਡੇ ਕਿਹਦੇ ਵਿੱਚ ਆਉਂਦੀਆਂ ਨੇ? ਬੇਸਿਕ ਸਟਰਕਚਰ ਦੇ ਵਿੱਚ ਆਉਂਦੀਆਂ। ਅਗਰ ਬੇਸਿਕ ਸਟਰਕਚਰ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਹੋਰ ਕਿਹੜੀ ਗੱਲ ਸੀ ਜੋ ਸਾਡੇ ਕੇਸ਼ਵ ਨੰਦਾ ਭਾਰਤੀ ਕੇਸ ਦੇ ਵਿੱਚ ਕੀਤੀ ਗਈ ਸੀ? ਤਾਂ ਉਸ ਦੇ ਵਿੱਚ ਕਿਹਾ ਗਿਆ ਸੀ ਕਿ ਜੋ ਸਾਡਾ ਪ੍ਰੀਐਮਬਲ ਹੈ, ਪ੍ਰੀਐਮਬਲ ਇਜ਼ ਐਨ ਇੰਟੈਗਰਲ ਪਾਰਟ ਆਫ ਆਰ ਕਨਸਟੀਟਿਊਸ਼ਨ ਕਿ ਜੋ ਪ੍ਰੀਐਮਬਲ ਹੈ ਉਹ ਸਾਡੇ ਸੰਵਿਧਾਨ ਦਾ ਇੱਕ ਅਟੁੱਟਵਾਂ ਅੰਗ ਹੈ, ਇੱਕ ਇੰਟੈਗਰਲ ਪਾਰਟ ਹੈ। ਇਸ ਨੂੰ ਅਸੀਂ ਅਮੈਂਡ ਕਰ ਸਕਦੇ ਹਾਂ। ਠੀਕ ਹੈ ਜੀ, ਇਸ ਨੂੰ ਪ੍ਰੀਐਮਬਲ ਨੂੰ ਅਮੈਂਡ ਕੀਤਾ ਗਿਆ ਸੀ, ਸਿਰਫ ਇੱਕ ਵਾਰ ਹੀ ਅਮੈਂਡ ਕੀਤਾ ਗਿਆ। ਕਦੋਂ? 42nd ਅਮੈਂਡਮੈਂਟ ਦੇ ਨਾਲ 1976 ਦੇ ਵਿੱਚ। ਸੋ ਜਦੋਂ ਪ੍ਰੀਐਮਬਲ ਨੂੰ ਵਨ ਐਂਡ ਓਨਲੀ ਵਨ ਟਾਈਮ ਅਸੀਂ ਅਮੈਂਡ ਕੀਤਾ ਸੀ ਤਾਂ ਉਹਦੇ ਵਿੱਚ ਕਿਹੜੇ ਵਰਡਸ ਐਡ ਕੀਤੇ ਸੀ? ਤਾਂ ਉਹਦੇ ਵਿੱਚ ਵਰਡ ਐਡ ਕੀਤੇ ਸੀ ਸੋਸ਼ਲਿਸਟ, ਸੈਕੂਲਰ ਐਂਡ ਇੰਟੀਗ੍ਰਿਟੀ। ਠੀਕ ਹੈ ਜੀ, 3 ਵਰਡਸ ਐਡ ਕੀਤੇ ਸੀ ਸਾਡੇ ਪ੍ਰੀਐਮਬਲ ਦੇ ਵਿੱਚ ਵਿਦ ਦ ਅਮੈਂਡਮੈਂਟ ਆਫ 42nd ਅਮੈਂਡਮੈਂਟ 1976 ਦੇ ਨਾਲ। ਠੀਕ ਹੈ ਜੀ,
ਸੋ ਪ੍ਰੀਐਮਬਲ ਦੇ ਵਿੱਚ ਕੁਝ ਵਰਡਸ ਨੇ ਜਿਸ ਨੂੰ ਐਗਜ਼ਾਮੀਨਰ ਪੁੱਛ ਲੈਂਦਾ ਹੈ ਕਿ ਤੁਸੀਂ ਇਹਨਾਂ ਨੂੰ ਸੀਕੁਐਂਸ ਵਾਈਜ਼ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਅਰੇਂਜ ਕਰੋ। ਤਾਂ ਤੁਸੀਂ ਕਰੋਗੇ ਕਿ ਸਭ ਤੋਂ ਪਹਿਲਾ ਵਰਡ ਯੂਜ਼ ਕੀਤਾ ਹੋਇਆ ਹੈ ਸੋਵਰਨ, ਦੈਨ ਸੋਸ਼ਲਿਸਟ, ਦੈਨ ਸੈਕੂਲਰ, ਦੈਨ ਡੈਮੋਕ੍ਰੈਟਿਕ ਤੇ ਦੈਨ ਰਿਪਬਲਿਕ। ਸੋ ਇਸ ਨੂੰ ਇਸੇ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਅਰੇਂਜ ਕਰਨ ਦੇ ਲਈ ਤੁਹਾਨੂੰ ਐਗਜ਼ਾਮੀਨਰ ਕੀ ਕਰ ਸਕਦਾ ਹੈ, ਕੁਐਸਚਨ ਪੁੱਟ ਕਰ ਸਕਦਾ ਹੈ। ਸੋ ਆਪਣਾ ਨੈਕਸਟ ਕੁਐਸਚਨ ਹੈ, ਕੁਐਸਚਨ ਨੂੰ ਫਰਸਟਲੀ ਪੜ੍ਹਨਾ ਹੈ, ਸਮਝਣਾ ਹੈ, ਦੈਨ ਉਹਦਾ ਕੁਐਸਚਨ ਦੇ ਆਪਸ਼ਨਸ ਨੂੰ ਐਨਾਲਾਈਜ਼ ਕਰਨਾ ਹੈ, ਆਫਟਰ ਦੈਟ ਤੁਸੀਂ ਕੁਐਸਚਨ ਦਾ ਆਨਸਰ ਕਰਨ ਦੀ ਕੋਸ਼ਿਸ਼ ਕਰਨੀ ਹੈ। ਸੋ ਸੈਕੰਡ ਕੁਐਸਚਨ ਹੈ, ਅ ਨੋ ਕੌਨਫੀਡੈਂਸ ਮੋਸ਼ਨ against union government can be initiated in which among the following। ਪੁੱਛਿਆ ਗਿਆ ਹੈ ਕਿ ਜਿਹੜਾ ਦੇਖੋ ਸਾਡੇ ਪਾਰਲੀਮੈਂਟ ਦੇ ਵਿੱਚ ਡਿਫਰੈਂਟ ਕਾਈਂਡ ਆਫ ਮੋਸ਼ਨਸ ਪਾਸ ਕੀਤੇ ਜਾਂਦੇ ਨੇ। ਕਿਸ ਤਰੀਕੇ ਦੇ ਮੋਸ਼ਨ, ਜਿਹਦੇ ਵਿੱਚ ਇੱਕ ਮੋਸ਼ਨ ਦੀ ਗੱਲ ਕੀਤੀ ਗਈ ਹੈ ਨੋ ਕੌਨਫੀਡੈਂਸ ਮੋਸ਼ਨ। ਨੋ ਕੌਨਫੀਡੈਂਸ ਮੋਸ਼ਨ ਆਪਾਂ ਪਹਿਲਾਂ ਹੀ ਕੁਐਸਚਨ ਦੀ ਗੱਲ ਕਰਦੇ ਹਾਂ ਕਿ ਜੋ ਨੋ ਕੌਨਫੀਡੈਂਸ ਮੋਸ਼ਨ ਹੈ ਉਹ ਕਿਸ ਹਾਊਸ ਦੇ ਵਿੱਚ ਇਨੀਸ਼ੀਏਟ ਕੀਤਾ ਜਾਂਦਾ ਹੈ, ਲੋਕ ਸਭਾ, ਰਾਜ ਸਭਾ ਜਾਂ ਸਟੇਟ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ। ਇਹ ਨੋ ਕੌਨਫੀਡੈਂਸ ਮੋਸ਼ਨ ਹੁੰਦਾ ਕੀ ਹੈ ਉਹ ਵੀ ਐਕਸਪਲੇਨ ਕਰਾਂਗੇ। ਤੇ ਇਸ ਤੋਂ ਇਲਾਵਾ ਹੋਰ ਵੀ ਡਿਫਰੈਂਟ ਕਾਈਂਡ ਆਫ ਮੋਸ਼ਨ ਪਾਸ ਕੀਤੇ ਜਾਂਦੇ ਨੇ, ਜਿਵੇਂ ਪਾਲਿਸੀ ਕੱਟ ਮੋਸ਼ਨ ਹੋ ਗਿਆ, ਟੋਕਨ ਕੱਟ ਮੋਸ਼ਨ ਹੋ ਗਿਆ, ਇਕਨੋਮੀ ਕੱਟ ਮੋਸ਼ਨ ਹੋ ਗਿਆ। ਜੋ ਇਹ ਮੋਸ਼ਨ ਨੇ ਇਹ ਹਾਊਸਸ ਦੇ ਵਿੱਚ ਪਾਸ ਕੀਤੇ ਜਾਂਦੇ ਨੇ ਤੇ ਇਹਨਾਂ ਦੇ ਨਾਲ ਕੀ ਹੁੰਦਾ ਉਹ ਆਪਾਂ ਅੱਜ ਗੱਲ ਕਰਾਂਗੇ। ਸੋ ਸਭ ਤੋਂ ਪਹਿਲਾਂ ਕੁਐਸਚਨ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਹੈ। ਪੁੱਛਿਆ ਗਿਆ ਕਿ ਜਿਹੜਾ ਨੋ ਕੌਨਫੀਡੈਂਸ ਮੋਸ਼ਨ ਹੈ ਇਹ ਸਾਡੇ ਕਿਹੜੇ ਹਾਊਸ ਦੇ ਵਿੱਚ ਸਟਾਰਟ ਕੀਤਾ ਜਾਂਦਾ ਹੈ ਜਾਂ ਇਨੀਸ਼ੀਏਟ ਕੀਤਾ ਜਾਂਦਾ ਹੈ। ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਨੋ ਕੌਨਫੀਡੈਂਸ ਮੋਸ਼ਨ ਹੈ ਇਹ ਕਿਸ ਦੇ ਅਗੇਂਸਟ ਕੱਢਿਆ ਜਾਂਦਾ ਹੈ। ਨੋ ਕੌਨਫੀਡੈਂਸ ਮੋਸ਼ਨ ਗਵਰਨਮੈਂਟ ਦੇ ਅਗੇਂਸਟ ਕੱਢਿਆ ਜਾਂਦਾ ਹੈ। ਦੈਟ ਮੀਨਸ ਉਸ ਸਮੇਂ ਜਿਹੜੀ ਸਰਕਾਰ ਹੋਏਗੀ, ਲੋਕ ਸਭਾ ਦੇ ਵਿੱਚ ਜਿਹੜੀ ਸਰਕਾਰ ਹੋਏਗੀ, ਜਿਹੜੇ ਸੀਐਮ ਦੀ ਸਰਕਾਰ ਹੋਏਗੀ, ਉਹਨਾਂ ਦੇ ਅਗੇਂਸਟ ਕਿਹੜਾ ਪਾਸ ਕੀਤਾ ਜਾਂਦਾ ਹੈ ਨੋ ਕੌਨਫੀਡੈਂਸ ਮੋਸ਼ਨ। ਜਦੋਂ ਨੋ ਕੌਨਫੀਡੈਂਸ ਮੋਸ਼ਨ ਪਾਸ ਹੁੰਦਾ ਹੈ ਤਾਂ ਉਹਦੇ ਨਾਲ ਕੀ ਹੈ, ਸਰਕਾਰ ਹੈ ਜੋ ਜਾਂ ਲੋਕ ਸਭਾ ਉਹ ਕੀ ਹੋ ਜਾਂਦੀ ਹੈ, ਡਿਸੋਲਵ ਹੋ ਜਾਂਦੀ ਹੈ, ਸਰਕਾਰ ਗਿਰ ਜਾਂਦੀ ਹੈ ਅਗਰ ਨੋ ਕੌਨਫੀਡੈਂਸ ਮੋਸ਼ਨ ਪਾਸ ਹੋ ਜਾਏ। ਤਾਂ ਕਹਿਣ ਦਾ ਭਾਵ ਅਗਰ ਸਰਕਾਰ ਦੀ ਗੱਲ ਕੀਤੀ ਜਾਵੇ ਕਿ ਜੇ ਸਰਕਾਰ ਦੇ ਅਗੇਂਸਟ ਕੱਢਿਆ ਜਾਣਾ ਹੈ ਤਾਂ ਆਪਣੀ ਗਵਰਨਮੈਂਟ ਬੈਠੀ ਕਿੱਥੇ ਹੁੰਦੀ ਹੈ, ਲੋਕ ਸਭਾ ਦੇ ਵਿੱਚ। ਸੋ ਜਿਹੜਾ ਸਾਡਾ ਨੋ ਕੌਨਫੀਡੈਂਸ ਮੋਸ਼ਨ ਹੈ ਇਹ ਓਨਲੀ ਐਂਡ ਓਨਲੀ ਲੋਕ ਸਭਾ ਦੇ ਵਿੱਚ ਹੀ ਇਨੀਸ਼ੀਏਟ ਕੀਤਾ ਜਾਂਦਾ ਹੈ। ਰੀਜ਼ਨ ਕੀ ਹੈ ਇਹਦੇ ਪਿੱਛੇ ਕਿ ਜੋ ਨੋ ਕੌਨਫੀਡੈਂਸ ਮੋਸ਼ਨ ਹੈ ਉਹ ਅਸੀਂ ਸਰਕਾਰ ਦੇ ਅਗੇਂਸਟ ਕੱਢਦੇ ਹਾਂ, ਜਿਸ ਕਰਕੇ ਇਸ ਨੂੰ ਸਿਰਫ ਤੇ ਸਿਰਫ ਲੋਕ ਸਭਾ ਦੇ ਵਿੱਚ ਹੀ ਕੀ ਕੀਤਾ ਜਾਂਦਾ ਹੈ, ਇਨੀਸ਼ੀਏਟ ਕੀਤਾ ਜਾਂਦਾ। ਸੋ ਨੋ ਕੌਨਫੀਡੈਂਸ ਮੋਸ਼ਨ ਮੈਂ ਦੱਸ ਚੁੱਕੀ ਹਾਂ। ਇਹ ਨੋ ਕੌਨਫੀਡੈਂਸ ਮੋਸ਼ਨ ਮੈਂ ਤੁਹਾਨੂੰ ਨੋਮੀਨਲ ਵਰਡਸ ਦੇ ਵਿੱਚ ਦੱਸ ਦਿੰਦੀ ਹਾਂ ਕਿ ਹੁੰਦਾ ਕੀ ਹੈ। ਸਪੋਜ਼ ਕਰੋ ਕੋਈ ਐਸਾ ਬਿੱਲ ਹੈ ਜੋ ਸਰਕਾਰ ਲੈ ਕੇ ਆਈ ਹੈ ਬਟ ਉਹ ਪਾਸ ਨਹੀਂ ਹੋ ਪਾਇਆ ਮੈਜੋਰਿਟੀ ਦੇ ਨਾਲ। ਹੁਣ ਸਾਨੂੰ ਪਤਾ ਹੈ ਕੋਈ ਵੀ ਸਰਕਾਰ ਕਦੋਂ ਬਣਦੀ ਹੈ, ਜਦੋਂ ਉਹਦੇ ਕੋਲ ਮੈਜੋਰਿਟੀ ਹੋਵੇ ਤਾਂ ਉਹ ਸਰਕਾਰ ਬਣਦੀ ਹੈ। ਬਟ ਕੋਈ ਅਗਰ ਬਿੱਲ ਲੈ ਕੇ ਆਈ ਉਹ ਪਾਸ ਨਹੀਂ ਹੋ ਰਿਹਾ ਮੈਜੋਰਿਟੀ ਦੇ ਨਾਲ, ਦੈਟ ਮੀਨ ਸਰਕਾਰ ਦੇ ਬੰਦੇ ਹੀ ਸਰਕਾਰ ਦੇ ਨਾਲ ਨਹੀਂ ਹੈ। ਜਦੋਂ ਸਰਕਾਰ ਦੇ ਬੰਦੇ ਹੀ ਸਰਕਾਰ ਦੇ ਨਾਲ ਨਹੀਂ ਹੈ ਦੈਟ ਮੀਨ ਸਰਕਾਰ ਦੇ ਕੋਲ ਕੀ ਨਹੀਂ ਹੈ, ਕੌਨਫੀਡੈਂਸ ਨਹੀਂ ਹੈ। ਜੇ ਕੌਨਫੀਡੈਂਸ ਨਹੀਂ ਹੈ ਤਾਂ ਆਪੋਜੀਸ਼ਨ ਦੀ ਪਾਰਟੀ ਉਹਨਾਂ ਦੇ ਅਗੇਂਸਟ ਨੋ ਕੌਨਫੀਡੈਂਸ ਮੋਸ਼ਨ ਪਾਸ ਕਰ ਸਕਦੀ ਹੈ ਤੇ ਉਸ ਨੋ ਕੌਨਫੀਡੈਂਸ ਮੋਸ਼ਨ ਦੇ ਨਾਲ ਸਰਕਾਰ ਕੀ ਹੋ ਸਕਦੀ ਹੈ, ਗਿਰ ਸਕਦੀ ਹੈ। ਬਿਕਾਜ਼ ਸਾਰਿਆਂ ਨੂੰ ਕਾਉਂਸਲ ਆਫ ਮਿਨਿਸਟਰਸ ਨੂੰ, ਪ੍ਰਾਈਮ ਮਿਨਿਸਟਰਸ ਨੂੰ ਕੀ ਦੇਣਾ ਪਏਗਾ, ਰਿਜ਼ਾਈਨ ਦੇਣਾ ਪਏਗਾ ਅਗਰ ਨੋ ਕੌਨਫੀਡੈਂਸ ਮੋਸ਼ਨ ਕੀ ਹੁੰਦਾ ਹੈ, ਪਾਸ ਹੁੰਦਾ ਹੈ। ਹੁਣ ਨੋ ਕੌਨਫੀਡੈਂਸ ਮੋਸ਼ਨ ਤੋਂ ਇਲਾਵਾ ਵੀ ਡਿਫਰੈਂਟ ਕਾਈਂਡ ਆਫ ਮੋਸ਼ਨ ਪਾਸ ਕੀਤੇ ਜਾਂਦੇ ਨੇ, ਜਿਵੇਂ ਹੋ ਗਿਆ ਜੀ ਸਾਡਾ ਪਾਲਿਸੀ ਕੱਟ ਮੋਸ਼ਨ। ਜਦੋਂ ਬਜਟ ਪਾਸ ਕੀਤਾ ਜਾਂਦਾ ਹੈ ਤਾਂ ਇਸ ਤਰੀਕੇ ਦੇ ਮੋਸ਼ਨ ਪਾਸ ਕੀਤੇ ਜਾਂਦੇ ਨੇ, ਜਿਵੇਂ ਪਾਲਿਸੀ ਕੱਟ ਮੋਸ਼ਨ। ਪਾਲਿਸੀ ਕੱਟ ਮੋਸ਼ਨ ਨੂੰ ਐਕਸਪਲੇਨ ਨਹੀਂ ਕਰਾਂਗੇ। ਇਹਦੇ ਵਿੱਚ ਡਿਮਾਂਡ ਆਫ ਗ੍ਰਾਂਟ ਨੂੰ ਕੀ ਕੀਤਾ ਜਾਂਦਾ ਹੈ, ਰਿਡਿਊਸ ਟੂ ਕੀ ਕੀਤਾ ਜਾਂਦਾ ਹੈ ਜੀ, ਰਿਡਿਊਸ ਟੂ 1, ਕਿ ਇਹ ਕੀ ਹੈ, ਪਾਲਿਸੀ ਹੀ ਗਲਤ ਹੈ। ਇਹ ਕੀ ਹੁੰਦਾ ਕੀ ਨਹੀਂ ਇਹ ਤੁਸੀਂ ਆਲਰੇਡੀ ਪੜ੍ਹ ਚੁੱਕੇ ਹੋਵੋਗੇ। ਪਾਲਿਸੀ ਕੱਟ ਮੋਸ਼ਨ ਹੋ ਗਿਆ, ਟੋਕਨ ਕੱਟ ਮੋਸ਼ਨ ਹੋ ਗਿਆ, ਜਦੋਂ ਅਸੀਂ ਡਿਮਾਂਡ ਆਫ ਗ੍ਰਾਂਟ ਨੂੰ ਰਿਡਿਊਸਡ ਬਾਏ ਕੀ ਕਰੀਏ, ਰਿਡਿਊਸਡ ਬਾਏ 100 ਕਰੀਏ। ਇੱਕ ਹੁੰਦਾ ਜੀ ਸਾਡਾ ਇਕਨੋਮੀ ਕੱਟ ਮੋਸ਼ਨ। ਇਕਨੋਮੀ ਕੱਟ ਮੋਸ਼ਨ ਦੇ ਵਿੱਚ ਪੈਸੇ ਦੀ ਇਨਵੈਸਟਮੈਂਟ ਨੂੰ ਇੱਕ ਸਪੈਸੀਫਿਕ ਅਮਾਉਂਟ ਦੇ ਵਿੱਚ ਕੀ ਕੀਤਾ ਜਾਵੇ, ਡਿਕਰੀਜ਼ ਕੀਤਾ ਜਾਵੇ। ਇਹ ਜੋ ਮੋਸ਼ਨ ਨੇ ਪਾਸ ਹੁੰਦੇ ਨੇ ਜਦੋਂ ਸਾਡਾ ਬਜਟ ਪਾਸ ਹੁੰਦਾ ਹੈ। ਜੇ ਤੁਸੀਂ ਇਹਨੂੰ ਡਿਟੇਲ ਦੇ ਵਿੱਚ ਪੜ੍ਹਨਾ ਚਾਹੁੰਦੇ ਹੋ ਤਾਂ ਥਿਓਰੀ ਦੇ ਲੈਕਚਰਸ ਲਗਾ ਸਕਦੇ ਹੋ। ਨੈਕਸਟ ਕੁਐਸਚਨ ਹੈ ਜੀ ਅੱਜ ਦੀ ਸੀਰੀਜ਼ ਦਾ, ਹਾਊ ਮੈਨੀ ਮੈਂਬਰਸ ਕੈਨ ਬੀ ਨੋਮੀਨੇਟਡ ਟੂ ਲੋਕ ਸਭਾ
ਬਾਈ ਪ੍ਰੈਜ਼ੀਡੈਂਟ। ਕਹਿੰਦੇ ਪ੍ਰੈਜ਼ੀਡੈਂਟ ਦੇ ਦੁਆਰਾ ਲੋਕ ਸਭਾ ਦੇ ਵਿੱਚ ਕਿੰਨੇ ਮੈਂਬਰਸ ਨੂੰ ਕੀ ਕੀਤਾ ਜਾਂਦਾ ਹੈ, ਨੋਮੀਨੇਟ ਕੀਤਾ ਜਾਂਦਾ ਹੈ। ਹੁਣ ਸਭ ਨੂੰ ਪਤਾ ਹੈ ਕਿ ਜੋ ਸਾਡੇ ਪ੍ਰੈਜ਼ੀਡੈਂਟ ਸੀ ਉਹ ਕੀ ਕਰਦੇ ਨੇ, ਨੋਮੀਨੇਟ ਕਰਦੇ ਨੇ ਕੁਝ ਮੈਂਬਰ ਨੂੰ, ਕੌਣ, ਪ੍ਰੈਜ਼ੀਡੈਂਟ। ਜੇ ਗੱਲ ਕੀਤੀ ਜਾਵੇ ਰਾਜ ਸਭਾ ਦੀ ਤਾਂ ਰਾਜ ਸਭਾ ਦੇ ਵਿੱਚ 12 ਮੈਂਬਰ ਹੁੰਦੇ ਨੇ ਜਿਨ੍ਹਾਂ ਨੂੰ ਨੋਮੀਨੇਟ ਕੀਤਾ ਜਾਂਦਾ ਹੈ, ਕਿਸ ਦੇ ਦੁਆਰਾ, ਪ੍ਰੈਜ਼ੀਡੈਂਟ ਦੇ ਦੁਆਰਾ। 12 ਮੈਂਬਰ ਜਿਨ੍ਹਾਂ ਕੋਲ ਕੋਈ ਸਪੈਸ਼ਲ ਟੈਲੈਂਟ ਹੁੰਦਾ ਹੋਵੇ, ਜਿਵੇਂ ਮਿਊਜ਼ਿਕ ਦੇ ਵਿੱਚ ਹੋ ਗਿਆ, ਲਿਟਰੇਚਰ ਦੇ ਵਿੱਚ ਹੋ ਗਿਆ, ਸੋ ਉਹ 12 ਮੈਂਬਰ ਨੋਮੀਨੇਟ ਕੀਤੇ ਜਾਂਦੇ ਨੇ ਪ੍ਰੈਜ਼ੀਡੈਂਟ ਦੇ ਦੁਆਰਾ ਰਾਜ ਸਭਾ ਦੇ ਵਿੱਚ। ਬਟ ਹੁਣ ਪੁੱਛਿਆ ਗਿਆ ਹੈ ਕਿ ਪ੍ਰੈਜ਼ੀਡੈਂਟ ਦੇ ਦੁਆਰਾ ਲੋਕ ਸਭਾ ਦੇ ਵਿੱਚ ਕਿੰਨੇ ਮੈਂਬਰਸ ਨੂੰ ਕੀ ਕੀਤਾ ਜਾਂਦਾ ਹੈ, ਨੋਮੀਨੇਟ ਕੀਤਾ ਜਾਂਦਾ ਹੈ। ਅਗਰ ਲੋਕ ਸਭਾ ਦੀ ਗੱਲ ਕੀਤੀ ਜਾਵੇ ਤਾਂ ਲੋਕ ਸਭਾ ਦੇ ਵਿੱਚ ਪਹਿਲਾਂ 2 ਮੈਂਬਰ ਨੋਮੀਨੇਟ ਕੀਤੇ ਜਾਂਦੇ ਸੀ ਪ੍ਰੈਜ਼ੀਡੈਂਟ ਦੇ ਦੁਆਰਾ। ਕਿਹੜੇ 2 ਮੈਂਬਰ ਸੀ ਇਹ ਸੀ ਜੀ ਸਾਡੇ ਐਂਗਲੋ ਇੰਡੀਅਨ ਕਮਿਊਨਿਟੀ ਦੇ ਮੈਂਬਰ। ਐਂਗਲੋ ਇੰਡੀਅਨ ਕਮਿਊਨਿਟੀ ਦੇ ਮੈਂਬਰ ਸੀ ਜੋ 2 ਮੈਂਬਰ ਸੀ ਨੋਮੀਨੇਟ ਕੀਤੇ ਜਾਂਦੇ ਸੀ ਲੋਕ ਸਭਾ ਦੇ ਵਿੱਚ ਪ੍ਰੈਜ਼ੀਡੈਂਟ ਦੇ ਦੁਆਰਾ। ਬਟ 104th ਅਮੈਂਡਮੈਂਟ ਦੇ ਨਾਲ ਕੀ ਹੋਇਆ ਹੈ, ਇਸ ਦੇ ਨਾਲ ਇਹ 2 ਮੈਂਬਰ ਜਿਹੜੇ ਨੋਮੀਨੇਟ ਕੀਤੇ ਗਏ ਸੀ ਜਾਂਦੇ ਸੀ ਉਹਨਾਂ ਨੂੰ ਖਤਮ ਕਰ ਦਿੱਤਾ ਕਿ 2 ਮੈਂਬਰ ਐਂਗਲੋ ਇੰਡੀਅਨ ਕਮਿਊਨਿਟੀ ਦੇ ਨੋਮੀਨੇਟ ਨਹੀਂ ਕੀਤੇ ਜਾਣਗੇ ਵਿਦ ਦ ਅਮੈਂਡਮੈਂਟ ਆਫ 104। ਸੋ ਦੈਟ ਮੀਨਸ ਹੁਣ ਲੋਕ ਸਭਾ ਦੇ ਵਿੱਚ ਜੋ ਸਾਡੇ ਪ੍ਰੈਜ਼ੀਡੈਂਟ ਹੈ ਉਸ ਦੇ ਦੁਆਰਾ 0 ਮੈਂਬਰ ਕੀ ਕੀਤੇ ਜਾਂਦੇ ਨੇ, ਨੋਮੀਨੇਟ। ਸੋ ਕਿਸੇ ਵੀ ਆਪਣੇ ਅਗਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਗਵਰਨਰ ਵੀ 1 ਮੈਂਬਰ ਨੂੰ, ਐਂਗਲੋ ਇੰਡੀਅਨ ਮੈਂਬਰ ਨੂੰ ਨੋਮੀਨੇਟ ਕਰਦਾ ਸੀ। ਬਟ ਇਸ ਅਮੈਂਡਮੈਂਟ ਦੇ ਨਾਲ ਹੁਣ ਸਟੇਟ ਦੇ ਵਿੱਚ ਕੋਈ ਵੀ ਐਂਗਲੋ ਇੰਡੀਅਨ ਮੈਂਬਰ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਗਵਰਨਰ ਦੇ ਦੁਆਰਾ ਵੀ ਨੋਮੀਨੇਟ ਨਹੀਂ ਕੀਤਾ ਜਾਏਗਾ। ਸੋ ਆਨਸਰ ਕੀ ਹੋਏਗਾ, ਆਪਸ਼ਨ ਏ ਕਿ ਪ੍ਰੈਜ਼ੀਡੈਂਟ ਦੇ ਦੁਆਰਾ ਲੋਕ ਸਭਾ ਦੇ ਵਿੱਚ 0 ਮੈਂਬਰ ਕੀ ਕੀਤੇ ਜਾਂਦੇ ਨੇ, ਨੋਮੀਨੇਟ ਕੀਤੇ ਜਾਂਦੇ ਨੇ। ਸੋ ਆਪਾਂ ਨੈਕਸਟ ਕੁਐਸਚਨ ਦੇ ਮੂਵ ਕਰਦੇ ਹਾਂ। ਨੈਕਸਟ ਕੁਐਸਚਨ ਹੈ ਜੀ ਸਾਡਾ ਅੱਜ ਦੀ ਸੀਰੀਜ਼ ਦਾ 4th ਕੁਐਸਚਨ ਹੈ। ਸੋ ਜਿਵੇਂ ਦੇ ਵੀ ਤੁਹਾਨੂੰ ਲੈਕਚਰ ਲੱਗਦੇ ਨੇ ਆਪਣਾ ਕਮੈਂਟ ਬਾਕਸ ਦੇ ਵਿੱਚ ਰਿਵਿਊ ਜ਼ਰੂਰ ਦਿਆ ਕਰੋ ਕਿ ਤੁਹਾਨੂੰ ਜੋ ਕਲਾਸ ਹੈ ਉਹ ਕਿਸ ਤਰੀਕੇ ਦੀ ਲੱਗੀ, ਤੁਹਾਡੇ ਲਈ ਬੈਨੀਫੀਸ਼ੀਅਲ ਸੀ ਕਿ ਨਹੀਂ। ਕੁਐਸਚਨ ਹੈ ਕਹਿੰਦੇ ਦ ਅਮੈਂਡਮੈਂਟ ਆਫ ਕਨਸਟੀਟਿਊਸ਼ਨ ਕੈਨ ਬੀ ਇਨੀਸ਼ੀਏਟਡ ਇਨ ਵਿਚ ਆਫ ਦ ਫੋਲੋਇੰਗ। ਕਹਿੰਦੇ ਜਿਹੜੀ ਦ ਅਮੈਂਡਮੈਂਟ ਆਫ, ਕਹਿੰਦੇ ਜਿਹੜੇ ਸਾਡੀ ਸੰਵਿਧਾਨ ਦੇ ਵਿੱਚ ਸੋਧ ਕੀਤੀ ਜਾਂਦੀ ਹੈ, ਸਾਡੇ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਕੀਤੀ ਜਾਂਦੀ ਹੈ, ਕਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਕੀਤੀ ਜਾਂਦੀ ਹੈ, ਕਹਿੰਦੇ ਉਹ ਜਿਹੜਾ ਬਿੱਲ ਹੈ ਉਹ ਕਿਸ ਹਾਊਸ ਦੇ ਵਿੱਚ ਇਨੀਸ਼ੀਏਟ ਕੀਤਾ ਜਾਂਦਾ ਹੈ, ਇੰਟਰੋਡਿਊਸ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੀ ਕਨਸਟੀਟਿਊਸ਼ਨਲ ਅਮੈਂਡਮੈਂਟ ਹੁੰਦੀ ਹੈ ਉਹ ਕਿਸ ਆਰਟੀਕਲ ਦੇ ਅੰਡਰ ਹੁੰਦੀ ਹੈ, ਆਰਟੀਕਲ 368 ਦੇ ਅੰਡਰ ਹੁੰਦੀ ਹੈ। ਪਾਰਟ ਕਿਸ ਦੇ ਵਿੱਚ ਹੁੰਦੀ ਹੈ, ਪਾਰਟ ਹੈ ਜੀ ਸਾਡਾ 20th ਪਾਰਟ ਦੇ ਅੰਡਰ ਹੁੰਦੀ ਹੈ। ਤੇ ਕਨਸਟੀਟਿਊਸ਼ਨਲ ਅਮੈਂਡਮੈਂਟ 2 ਮੈਜੋਰਿਟੀਜ਼ ਦੇ ਨਾਲ ਹੁੰਦੀ ਹੈ। ਕਿਹੜੀ ਮੈਜੋਰਿਟੀ, ਇੱਕ ਸਪੈਸ਼ਲ ਮੈਜੋਰਿਟੀ ਤੇ ਦੂਸਰੀ ਐਬਸੋਲਿਊਟ ਮੈਜੋਰਿਟੀ। ਠੀਕ ਹੈ ਜੀ, 2 ਮੈਜੋਰਿਟੀਜ਼ ਇਨਕਲੂਡਡ ਹੁੰਦੀਆਂ ਸਾਡੇ ਕਨਸਟੀਟਿਊਸ਼ਨਲ ਅਮੈਂਡਮੈਂਟ ਦੇ ਵਿੱਚ, ਸਪੈਸ਼ਲ ਮੈਜੋਰਿਟੀ ਐਂਡ ਐਬਸੋਲਿਊਟ ਮੈਜੋਰਿਟੀ। ਤੇ ਕਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ ਦੇ ਉੱਤੇ ਜੋ ਸਾਡਾ ਪ੍ਰੈਜ਼ੀਡੈਂਟ ਹੈ ਉਸ ਨੂੰ ਸਿਰਫ ਕੀ ਕਰਨ ਦਾ ਅਧਿਕਾਰ ਹੈ, ਸਾਈਨ ਕਰਨ ਦਾ, ਸਿਰਫ ਆਪਣੀ ਐਸੈਂਟ ਦੇਣ ਦਾ ਅਧਿਕਾਰ ਹੈ। ਉਹ ਇਸ ਬਿੱਲ ਨੂੰ ਰੀਕਨਸੀਡਰ ਕਰਨ ਦੇ ਲਈ ਵਾਪਿਸ ਨਹੀਂ ਭੇਜ ਸਕਦਾ। ਸੋ ਇਹ ਜੋ ਬਿੱਲ ਹੈ ਇਹ ਲੋਕ ਸਭਾ, ਇਧਰ ਲੋਕ ਸਭਾ ਔਰ ਰਾਜ ਸਭਾ ਕਿਸੇ ਦੇ ਵਿੱਚ ਵੀ ਇਨੀਸ਼ੀਏਟ ਕੀਤਾ ਜਾ ਸਕਦਾ ਹੈ। ਬਟ ਇੱਥੇ ਰਿਸਟ੍ਰਿਕਸ਼ਨ ਇਹ ਹੁੰਦੀ ਹੈ ਕਿ ਜਿਹੜੀ ਸਾਡੀ ਕਨਸਟੀਟਿਊਸ਼ਨਲ ਅਮੈਂਡਮੈਂਟ ਹੈ ਜਾਂ ਸਾਡੀ ਸੰਵਿਧਾਨਿਕ ਸੋਧ ਹੈ ਉਹ ਕਦੇ ਵੀ ਸਟੇਟ ਅਸੈਂਬਲੀਜ਼ ਦੇ ਵਿੱਚ ਨਹੀਂ ਹੁੰਦੀ। ਸੋ ਆਨਸਰ ਕੀ ਹੋਏਗਾ, ਆਪਸ਼ਨ ਬੀ 1 ਐਂਡ 2। ਸੋ ਸਾਡੀ ਕਨਸਟੀਟਿਊਸ਼ਨਲ ਅਮੈਂਡਮੈਂਟ ਦੀ ਅਗਰ ਗੱਲ ਕੀਤੀ ਜਾਵੇ ਕਿ ਉਹ ਬਿੱਲ ਕਿੱਥੇ ਇੰਟਰੋਡਿਊਸ ਕੀਤਾ ਜਾਂਦਾ ਹੈ, ਇਨੀਸ਼ੀਏਟ ਕੀਤਾ ਜਾਂਦਾ ਹੈ, ਤਾਂ ਜਾਂ ਉਹ ਲੋਕ ਸਭਾ ਦੇ ਵਿੱਚ ਹੋ ਸਕਦਾ ਹੈ ਜਾਂ ਉਹ ਫਿਰ ਕਿਹਦੇ ਵਿੱਚ ਹੋ ਸਕਦਾ ਹੈ, ਰਾਜ ਸਭਾ ਦੇ ਵਿੱਚ ਹੋ ਸਕਦਾ ਹੈ। ਆਪਸ਼ਨ ਬੀ ਇਜ਼ ਅ ਰਾਈਟ ਆਨਸਰ। ਸੋ ਸਾਡਾ ਨੈਕਸਟ ਕੁਐਸਚਨ ਹੈ ਜੀ 5th ਕੁਐਸਚਨ ਅੱਜ ਦੀ ਸੀਰੀਜ਼ ਦਾ। ਕੁਐਸਚਨ ਕੀ ਪੁੱਛਿਆ ਗਿਆ ਹੈ, ਫॉर ਹਾਊ ਮੈਨੀ ਇਅਰਸ ਅ ਪਰਸਨ ਆਫ ਇੰਡੀਅਨ origin must have been ordinary resident of India before making application towards getting citizenship by registration। ਦੇਖੋ ਸਾਨੂੰ ਪਤਾ ਹੈ, ਆਪਾਂ ਪੜ੍ਹ ਚੁੱਕੇ, ਪਹਿਲਾਂ ਕੁਐਸਚਨ ਦੀ ਪੰਜਾਬੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਕਹਿੰਦੇ ਜੇਕਰ ਕਿਸੇ ਬੰਦੇ ਨੇ ਇੰਡੀਆ ਦੀ ਸਿਟੀਜ਼ਨਸ਼ਿਪ ਲੈਣੀ ਹੈ ਕਿਸ ਮੈਥਡ ਦੇ ਨਾਲ, ਰਜਿਸਟ੍ਰੇਸ਼ਨ ਮੈਥਡ ਦੇ ਨਾਲ। ਕਹਿੰਦੇ ਜੇ ਕਿਸੇ ਬੰਦੇ ਨੇ ਇੰਡੀਆ ਦੀ ਸਿਟੀਜ਼ਨਸ਼ਿਪ ਲੈਣੀ ਹੈ, ਨਾਗਰਿਕਤਾ ਲੈਣੀ ਹੈ, ਕਿਸ ਮੈਥਡ ਦੇ ਨਾਲ, ਰਜਿਸਟ੍ਰੇਸ਼ਨ ਮੈਥਡ ਦੇ ਨਾਲ, ਤਾਂ ਉਹਨੂੰ ਐਟਲੀਸਟ ਇੰਡੀਆ ਦੇ ਵਿੱਚ ਕਿੰਨੇ ਸਾਲ ਰਹਿਣਾ ਪਵੇਗਾ। ਸੋ
किन्ने साल रहना पवेगा, सब तो पहला आपां नूं पता होना चाहिए कि जो सिटीजनशिप है वो जो सिटीजनशिप है वो किहड़े 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 आर्टिकल दे विच दसी गई है। 5 टू लैके 11 आर्टिकल दे विच पार्ट सैकेंड दे विच गल कीती गई है नागरिकता दी, ठीक है जी, सिटीजनशिप की गल कीती गई है। बट अजकल जो साडी सिटीजनशिप सानू मिलती है वो सिटीजनशिप एक्ट 1955 के अकॉर्डिंग 5 तरीकों के नाल मिलती है, 5 वेज के नाल। किहड़े किहड़े 5 वेज ने? वो ने जी साडे बाय बर्थ, बाय डिसेंट, बाय रजिस्ट्रेशन, बाय नेचुरलाइजेशन एंड बाय इनकॉर्पोरेशन, ठीक है जी, बाय इनकॉर्पोरेशन। सो ये 5 मैथड दे नाल सानू की मिलती है सिटीजनशिप। बाय बर्थ मतलब जो 1987 तो पहला बर्थ लै चुके ने, बट ये बाय बर्थ नू कैंसल कर दिता गया सी। बाय डिसेंट के द्वारा मिलती है कि अगर 1987 तो पहला तुहाडे पेरेंट्स इंडिया दे विच जम्मे हुए ने तो तुहानू सिटीजनशिप मिलेगी। बाय रजिस्ट्रेशन का मतलब की है कि तुहानू इंडिया की रजिस्ट्रेशन लैण दे लई एटलीस्ट 7 साल तुहानू इंडिया दे विच रहना पएगा। सो इस क्वेश्चन का आंसर होएगा ऑप्शन बी, घट्टो घट्ट 7 साल रहना पएगा। बाय नैचुरलाइजेशन का मतलब की है कि 15 साल दे विचों तुहानू 14 साल की करना पएगा, इंडिया दे विच रहना पएगा। बाय इनकॉर्पोरेशन का मतलब की है कि अगर इंडिया किसी बाहरी टैरेटरी नू एक्वायर कर दी अपनी कंट्री दे विच तो वो सारी टैरेटरी दे बंदियां नू ऑटोमैटिकली की होएगा, इंडिया दी सिटीजनशिप मिल जाएगी बाय इनकॉर्पोरेशन। सो इस क्वेश्चन का आंसर है जी बाय रजिस्ट्रेशन अगर लैनी है तो 7 साल रहना पएगा। हुण जिस तरीके दे नाल सानू सिटीजनशिप मिलती है उस तरीके नाल साडी सिटीजनशिप जा भी सकती है। वो 3 तरीके नाल जा सकती है, बाय टर्मीनेशन, सेकेंड बाय डेप्रीवेशन एंड थर्ड बाय रिनंसिएशन। ये 3 तरीके ने जिहदे नाल साडी सिटीजनशिप, साडी नागरिकता साडे कोल जा कोई भी जा सकती है। बाय रिनंसिएशन का मतलब की है कि अगर असी ऑटोमैटिक अपनी इंडिया की सिटीजनशिप नू वलंटरली छड्ड के किसी होर कंट्री की जिवें कैनेडा अमेरिका की सिटीजनशिप लै लीए तो साडी सिटीजनशिप बाय रिनंसिएशन मैथड खोई जा सकती है। बाय टर्मीनेशन का मतलब की है कि अगर कोई बंदा अपनी इंडिया की सिटीजनशिप ना छड्डे बट बाहरली सिटीजनशिप लै ले तो ओदी सिटीजनशिप ऑटोमैटिकली रद्द की जा सकती है इंडिया की। डेप्रीवेशन अगर कोई बंदा इंडिया के नाल फ्रॉड करे तो ओदी भी की जा सकती है, सिटीजनशिप इंडिया की नागरिकता रद्द की जा सकती है। सो अपन नैक्सट क्वेश्चन की गल करांगे। नैक्सट क्वेश्चन अज की सीरीज का 6th क्वेश्चन है। फर्स्टली आप क्वेश्चन नू रीड डाउन करने की कोशिश करांगे कि क्वेश्चन पूछदा की है साडे तो उस तो बाद विद इन 30 सैकेंड तुसी खुद आंसर करने की कोशिश करनी है। क्वेश्चन की है कहते जेवीपी कमेटी विच वाज कॉन्स्टिट्यूटेड इन 1948 to 49 was related to which of the following? कहते जी जेवीपी कमेटी बनाई गई सी 1948 तो 1949 तक वो किस काम के लिए बनाई गई सी? किस काम के लिए जी साड़ी जेवीपी कमेटी है? जेवीपी कमेटी का मतलब की, पहला जेवीपी का मतलब की है? जेवीपी का मतलब इस कमेटी के विच 3 मैंबर सन। कौन कौन? जवाहर लाल नेहरू, वल्लभ भाई पटेल ते पिट्टा भाई सिरमल्लू, ठीक है जी। 3 मैंबर सन जिन्हां दे नूं मिला के एक कमेटी बनाई गई सी। एक कमेटी किस दे लई सी? ये सब तो पहला आपां गल करांगे कि एक कमेटी बनाई गई सी फॉर्मेशन ऑफ न्यू स्टेट ऑन लिंग्विस्टिक बेसिस, कि इंडिया दिया स्टेट्स नूं भाषा के आधार पर वंडिया जाए, जिस दे लई असीं कमेटी बनाई सी जेवीपी कमेटी। बट सब तो पहली कमेटी बनी सी इस काम दे विच धर कमेटी, ठीक है जी। धर कमेटी बनी सी ते धर कमेटी ने कहा सी, इन्हें रिजेक्ट करता सी कि असीं इंडिया दी स्टेट्स नूं भाषा दे बेस ते नहीं वंड सकदे, हाँ बट इंडिया दी स्टेट नूं असीं एडमिनिस्ट्रेटिव प्रबंधक ढांचे दे बेस के उत्ते जरूर वंड सकदे हां। सैकेंड कमेटी बनाई गई से केस दे विच जेवीपी कमेटी। जेवीपी कमेटी ने भी इस प्रपोजल नूं रद्द करता सी कि असीं इंडिया दी स्टेट्स नूं भाषा दे आधार ते नहीं वंड सकदे, असीं वंड सकदे हां एडमिनिस्ट्रेटिव बेसिस दे उत्ते। इह तुहानूं एग्जाम दे विच पुछया जा सकदा है, ठीक है।
फिर तीसरी कमेटी बनी सी फजल अली कमेटी, ठीक है जी। सिर्फ फजल अली कमेटी ने इंडिया दियां स्टेट्स नू राजां नू भाषा के आधार पर लैंगुएज के बेस के उत्ते वंडिया सी। इसने अपनी रिपोर्ट जो सबमिट करवाई सी रैकमेंड कीतियां सी 16 स्टेट्स एंड 3 यूटीज, बट आफ्टर द कंसीडरेशन ऑफ दिस कमेटी अब सिलेक्ट किया गया सी कि 14 स्टेट्स बननगियां एंड 6 यूटीज बननगियां। सो फजल अली कमेटी की रिपोर्ट के उत्ते विद 7th अमेंडमेंट ऑफ कॉन्स्टिट्यूशन 1956 के नाल की किया गया 14 स्टेट्स ते 6 यूटीज बनाई गई सी। अगर तुसी मेरे तो ऑरली भी पूछना चाहते हो तो भाषा के आधार पर सब तो पहली स्टेट बनी सी साडी आंध्र प्रदेश 1953 दे विच डिक्लेयर की गई सी, 1956 दे विच उसनू ऑर्गेनाइज किया गया सी। उस तो बाद फजल अली कमीशन ने अपनी रिपोर्ट दर्ज करवाई ते फजल अली कमीशन के आधार के उत्ते 14 स्टेट ते 6 यूटीज बनिया सी। उस तो बाद 15वीं 16वीं स्टेट बनी साडी महाराष्ट्र ते गुजरात बनिया सी 1960 अपने 1961 दे विच, ठीक है सॉरी 1960 दे विच 1960 दे विच। आफ्टर दैट साडी यूटीज बनिया गोवा एंड दमन एंड दियो 1961 के करीब शायद, ठीक है। फिर उस तो बाद अपनी पौंडीचेरी बनी 1962 दे विच, नागालैंड बनी 1963 दे विच, 1966 दे विच साडा पंजाब हरियाणा एंड हिमाचल प्रदेश बनिया। नैक्सट अपना आ जाता है 1971 दे विच हिमाचल प्रदेश नू स्टेट बनाया गया। उस तो बाद साडा मिजोरम अपना मणिपुर, ठीक है, मणिपुर अरुणाचल प्रदेश वगैरह बनिया। 1975 दे विच साडा सिक्किम बनिया। 2000 दे विच साडा सब तो पहला झारखंड छत्तीसगढ़ बनिया, उत्तराखंड बनिया, दैन अपना झारखंड बनिया। सो इस तरीके दे नाल सारियां स्टेट्स तुहानूं याद होनियां चाहिदियां कि लैंगुएज दे बेस दे उत्ते जिहड़ियां स्टेट्स बनियां सी ओह कदों बनियां सी। नैक्सट क्वेश्चन है जी अज दी सीरीज दा, विच अमेंडमेंट ऑफ द कॉन्स्टिट्यूशन एडेड एडमिनिस्ट्रेटिव ट्रिब्यूनल्स, कहंदे कि किस संविधानिक सोध दे नाल तुहानूं यही देखो हुण लैवल वध जाना एग्जाम का, हुण सीधे सीधे क्वेश्चन नहीं पूछने स्पीकर कौन है प्राइम मिनिस्टर कौन है, क्वेश्चन तुहानूं डीपली पूछे जाणगे। 50 नंबर की तुहानूं जीके पूछी जानी है तो हर तरीके की क्वेश्चनस नूं करन दी कोशिश करनी है। क्वेश्चन की पूछा है कि किहड़ी संविधानिक सोध दे नाल एडमिनिस्ट्रेटिव ट्रिब्यूनल्स नूं ऐड किया गया सी साडे संविधान दे विच। ये सब तो वड्डी अमेंडमेंट हुई है जिस दे नाल किया गया 14, ठीक है जी, 14 पार्ट दे विच ऐड किया गया 320 ए आर्टिकल दे अंडर ट्रिब्यूनल्स नू एडमिनिस्ट्रेटिव ट्रिब्यूनल्स नू ऐड किया गया सी। ऑप्शन बी ए इज अ राइट आंसर। किस अमेंडमेंट दे नाल? 42nd अमेंडमेंट 1976 दे नाल। तो 42nd अमेंडमेंट एग्जाम पॉइंट ऑफ व्यू नाल बहुत इंपॉर्टेंट है क्योंकि इंदिरा गांधी ने करवाई सी 42nd अमेंडमेंट, बहुत कुछ किया सी इहदे विच। ਇਹਦੇ ਵਿੱਚ ਕਿ ਪਹਿਲਾਂ ਕਿਹਾ ਗਿਆ 42nd ਅਮੈਂਡਮੈਂਟ ਦੇ ਵਿੱਚ ਇੱਕ ਤਾਂ ਪ੍ਰੀਐਂਬਲ ਨੂੰ ਅਮੈਂਡ ਕੀਤਾ ਗਿਆ ਸੀ, ਇਸ ਨੂੰ ਪ੍ਰੀਐਂਬਲ ਨੂੰ ਵੀ ਇਸ ਅਮੈਂਡਮੈਂਟ ਦੇ ਅੰਡਰ ਅਮੈਂਡ ਕੀਤਾ ਗਿਆ ਸੀ, ਐਡਮਿਨਿਸਟ੍ਰੇਟਿਵ ਟ੍ਰਿਬਿਊਨਲਸ ਨੂੰ ਐਡ ਕੀਤਾ ਗਿਆ ਸੀ। ਇਸ ਦੇ ਵਿੱਚ ਕਿਹਾ ਗਿਆ ਸੀ ਕਿ ਪ੍ਰੈਜ਼ੀਡੈਂਟ ਇੱਕ ਵਾਰ ਵੀ ਰੀਕਨਸੀਡਰ ਕਰਨ ਦੇ ਲਈ ਵਾਪਿਸ ਨਹੀਂ ਭੇਜ ਸਕਦਾ ਬਿੱਲ ਨੂੰ, ਠੀਕ ਹੈ ਜੀ। ਉਸ ਤੋਂ ਬਾਅਦ ਆਈ ਸੀ ਸਾਡੀ 44th ਅਮੈਂਡਮੈਂਟ। 44th ਅਮੈਂਡਮੈਂਟ ਦੇ ਵਿੱਚ ਕਿਹਾ ਕਿ ਪ੍ਰੈਜ਼ੀਡੈਂਟ ਇੱਕ ਵਾਰ ਬਿੱਲ ਨੂੰ ਰੀਕਨਸੀਡਰ ਕਰਨ ਦੇ ਲਈ ਭੇਜ ਸਕਦਾ ਹੈ। इस तो इलावा जिहड़ा साडा प्रॉपर्टी राइट सी, ठीक है, जो साडा फंडामेंटल राइट सी प्रॉपर्टी राइट नू बदल के विद द 44th अमेंडमेंट 300 ए आर्टिकल दे अंडर की कर दिता गया सी, लीगल राइट बनाया गया सी। इस तो इलावा 42nd अमेंडमेंट दे नाल फंडामेंटल ड्यूटीज नू ऐड किया गया सी साडे संविधान दे विच। किन्नियां फंडामेंटल ड्यूटीज सी? 10 फंडामेंटल ड्यूटीज नू ऐड किया गया सी 42nd अमेंडमेंट दे नाल। कि केड़ी कमेटी दे नाल? स्वर्ण सिंह कमेटी दे नाल, ठीक है जी। से तो आप गल करिए कि बट साडी तो फंडामेंटल ड्यूटीज 11 ने, तो एक फंडामेंटल ड्यूटी साडी ऐड की गई सी 86th अमेंडमेंट 2002 दे नाल, ठीक है जी। सो 86th अमेंडमेंट दे नाल होर की ऐड किया गया सी? 86th अमेंडमेंट दे नाल एक तो ऐड की गई सी एक 11th फंडामेंटल ड्यूटीज, एक 21 ए आर्टिकल। 21 ए आर्टिकल की है साडा फंडामेंटल राइट है, राइट टू एजुकेशन, कि
6 ਤੋਂ ਲੈ ਕੇ 14 ਸਾਲ ਦੇ ਬੱਚੇ ਨੂੰ ਜਿਹੜੀ ਫ੍ਰੀ ਮੁਫਤ ਸਿੱਖਿਆ ਦੇਣੀ ਕੰਪਲਸਰੀ ਕੀਤੀ ਸੀ 86 ਅਮੈਂਡਮੈਂਟ ਦੇ ਨਾਲ। ਇਸ ਤੋਂ ਇਲਾਵਾ 45 ਆਰਟੀਕਲ ਸੀ ਜੋ ਸਾਡਾ ਕਿਹਦੇ ਵਿੱਚ ਹੈ, ਡੀਪੀਐਸਪੀਸ ਦੇ ਵਿੱਚ। ਡੀਪੀਐਸਪੀਸ ਅਸੀਂ ਕਿੱਥੋਂ ਲਏ ਆ, ਡੀਪੀਐਸਪੀਸ ਅਸੀਂ ਏਰਿਸ਼ ਕੰਟਰੀ ਤੋਂ ਲਏ ਆ। ਸੋ 45th ਜਿਹੜੀ ਆਰਟੀਕਲ ਸੀ ਉਸ ਦੇ ਵਿੱਚ ਕਿਹਾ ਗਿਆ ਸੀ ਕਿ 0 ਤੋਂ ਲੈ ਕੇ 6 ਸਾਲ ਤੱਕ ਦੇ ਬੱਚਿਆਂ ਦੀ ਜੋ ਐਜੂਕੇਸ਼ਨ ਹੈ ਉਹਦੀ ਵੀ ਕੀ ਕੀਤਾ ਗਿਆ ਸੀ, ਉਸ ਨੂੰ ਵੀ ਡੀਪੀਐਸਪੀਸ ਦੇ ਵਿੱਚ 86 ਅਮੈਂਡਮੈਂਟ ਦੇ ਨਾਲ ਹੀ ਕੀ ਕੀਤਾ ਗਿਆ ਸੀ, ਐਡ ਕੀਤਾ ਗਿਆ ਸੀ। ਅਮੈਂਡਮੈਂਟਸ ਬਹੁਤ ਇੰਪੋਰਟੈਂਟ ਹੋ ਜਾਂਦੀਆਂ। ਇਸ ਤੋਂ ਇਲਾਵਾ ਸਾਡੀ 21st ਅਮੈਂਡਮੈਂਟ ਬਹੁਤ ਇੰਪੋਰਟੈਂਟ ਹੈ। 21st ਅਮੈਂਡਮੈਂਟ ਜੋ ਹੋਈ ਸੀ 1967 ਦੇ ਨਾਲ, ਜਿਹਦੇ ਨਾਲ ਸਿੰਧੀ ਲੈਂਗੁਏਜ ਨੂੰ ਐਡ ਕੀਤਾ ਗਿਆ ਸੀ 8th ਸ਼ਡਿਊਲ ਦੇ ਵਿੱਚ। 8th ਸ਼ਡਿਊਲ ਹੈ ਜੀ ਸਾਡਾ ਆਫੀਸ਼ੀਅਲ ਲੈਂਗੁਏਜਸ ਵਾਲਾ ਸ਼ਡਿਊਲ। ਇਸ ਤੋਂ ਇਲਾਵਾ 71st ਅਮੈਂਡਮੈਂਟ ਇੰਪੋਰਟੈਂਟ ਹੋ ਜਾਂਦੀ ਹੈ। 71st ਅਮੈਂਡਮੈਂਟ 1992 ਦੇ ਵਿੱਚ ਹੋਈ ਸੀ। ਇਸ ਦੇ ਨਾਲ ਕੋਂਕਣੀ, ਮਨੀਪੁਰੀ ਤੇ ਨੇਪਾਲੀ ਲੈਂਗੁਏਜ ਐਡ ਕੀਤੀਆਂ ਗਈਆਂ ਸੀ। ਇਸ ਤੋਂ ਇਲਾਵਾ ਸਾਡੀ ਇੰਪੋਰਟੈਂਟ ਅਮੈਂਡਮੈਂਟ ਹੋ ਜਾਂਦੀ ਹੈ ਜੀ 92nd ਅਮੈਂਡਮੈਂਟ। 92nd ਅਮੈਂਡਮੈਂਟ ਜੋ 2000 ਦੇ ਵਿੱਚ ਹੋਈ ਸੀ, ਉਸ ਦੇ ਨਾਲ ਕੀ ਕੀਤਾ ਗਿਆ ਸੀ, ਬੋਡੋ, ਡੋਗਰੀ, ਮੈਥਾਲੀ ਤੇ ਸੰਥਲ ਲੈਂਗੁਏਜਸ ਨੂੰ ਐਡ ਕੀਤਾ ਗਿਆ ਸੀ ਐਜ਼ ਅ ਅਫੀਸ਼ੀਅਲ ਲੈਂਗੁਏਜਸ। ਸੋ ਇਹ ਜਿੰਨੀਆਂ ਅਮੈਂਡਮੈਂਟ ਨੇ ਸੰਵਿਧਾਨਿਕ ਸੋਧਾਂ ਨੇ एग्जाम पॉइंट ऑफ व्यू नाल बहुत ज़्यादा की हो जाती है, इंपॉर्टेंट बन जाती है। नैक्सट क्वेश्चन है कहते हु बिकम द फर्स्ट गवर्नर जनरल ऑफ न्यू डोमेनियन ऑफ इंडिया। कहते जी साडी नवीं डोमेनियन बनी सी इंडिया की, उहदे पहले गवर्नर जनरल इंडिया के कौन बने सन। सानू पता है कि सानू आज़ादी मिल गई सी 15 अगस्त 1947। उस तो बाद 2 डोमेनियन बने सी, केड़े केड़े, एक बनया सी इंडिया ते एक बनया सी पाकिस्तान। पूछा गया कि इंडिया के पहले गवर्नर जनरल कौन बने सन। इन्होंने वाइस राय की पोस्ट नूं दोबारा तो गवर्नर जनरल की पोस्ट करता सी। तो पहले गवर्नर जनरल इंडिया के कौन बने सन। इंडिपेंडेंट इंडिया के, आज़ाद इंडिया के पहले अगर पूछा जाए फर्स्ट, सिंपल पूछा जाए सिंपल, फर्स्ट गवर्नर जनरल बने सन ऑप्शन बी लॉर्ड माउंटबैटन। ठीक है जी, लॉर्ड माउंटबैटन नूं इंडिया दे विच इंडिया नूं आज़ादी देण दे लई भेजिया गया सी। ठीक है जी, वही साडे पहले की बने सन, साडे गवर्नर जनरल बने सन। अगर पूछा जाए कि फर्स्ट इंडियन, ये तो पूछा गया कि आज़ादी तो बाद पहले गवर्नर जनरल कौन बने सन। अगर पूछा जाए कि आज़ादी तो बाद पहले इंडियन गवर्नर जनरल कौन बने सन, तो वो सन सी राजा गोपालनचारी। ठीक है जी, तो वो सन साडे सी राजा गोपालनचारी। इस तो इलावा पाकिस्तान के मुहम्मद अली जिन्ना बने सन। सो 1951 1952 ਦੇ ਵਿੱਚ ਪਹਿਲੀਆਂ ਇਲੈਕਸ਼ਨਸ ਹੋਈਆਂ ਸਨ। ਜਵਾਹਰ ਲਾਲ ਨਹਿਰੂ ਸਾਡੇ ਪਹਿਲੇ ਕੀ ਬਣੇ ਸਨ, ਪ੍ਰਾਈਮ ਮਿਨਿਸਟਰ ਬਣੇ ਸਨ। ਸੋ ਨੈਕਸਟ ਕੁਐਸਚਨ ਹੈ ਜੀ ਸਾਡਾ, ਫਸਟਲੀ ਕੁਐਸਚਨ ਨੂੰ ਪੜ੍ਹਨਾ ਹੈ, ਦੈਨ ਆਨਸਰ ਵਿਦਿਨ 30 ਸੈਕਿੰਡ ਤੁਸੀਂ ਉਸ ਕੁਐਸਚਨ ਦਾ ਆਨਸਰ ਕਰਨ ਦੀ ਕੋਸ਼ਿਸ਼ ਕਰਨੀ ਹੈ। ਕੁਐਸਚਨ ਕੀ ਹੈ, ਵਿਚ ਐਕਟ ਡਿਊਰਿੰਗ ਬ੍ਰਿਟਿਸ਼ ਇੰਡੀਆ ਗਿਵ ਦ ਪਾਵਰ ਟੂ ਪ੍ਰੈਜ਼ੀਡੈਂਟ ਟੂ ਇਸ਼ੂ ਆਰਡੀਨੈਂਸ। ਸਾਨੂੰ ਪਤਾ ਹੈ कि साडे प्रेसिडेंट कोल की है एक प्रेस ऑर्डीनेंस जारी करने की पावर है। जे अज की गल की जाए तो प्रेसिडेंट साडा ऑर्डीनेंस जारी करता है आर्टिकल 123 दे अंडर। ठीक है जी, पूछा गया है कि पावर कदों दी गई सी, किस एक्ट दे विच। सानू पता है कि साडे एक्ट कदों दे आंदे चलते आ रहे हैं। रेगूलेटिंग एक्ट 7073, पिट्स इंडिया एक्ट 7084, 8061, 8058, 1813, 8033, फिर 1909, 99, 19, 1935 ये साडे की आए ने एक्ट आए ने। ठीक है, तो पूछा गया कि ऑर्डीनेंस मेकिंग पावर सी जिहड़ी प्रेसिडेंट नूं किस एक्ट दे अधीन दित्ती गई सी, तो आंसर होएगा ऑप्शन सी गवर्नमेंट ऑफ इंडिया एक्ट 1935 दे अधीन। सो अगर जो साडा अज दा संविधान बनया उसका मेन जो स्केलेटन है, ठीक है, जो पिंजर है वो किस नूं मन्निया जाता है, गवर्नमेंट ऑफ इंडिया एक्ट 1935 नूं। वाई, बिकॉज मोस्ट ऑफ प्रोविजनस असी 1935 दे विचों ही चक के अज दे संविधान दे विच रखियां हुई। ठीक है, इस दे विच किहदी गल कीती गई सी, फैडरल कोर्ट की गल कीती गई सी, जो अज दा साडा की है सुप्रीम कोर्ट। इसे एक्ट दे विच फैडरल बैंक की गल की गई सी, जो अजकल साडा की है आरबीआई है। बाय कैमरलिज्म भी लागू किया गया सी इसे एक्ट के अधीन। सो गवर्नमेंट ऑफ इंडिया एक्ट 1909 नूं की कहा जाता है, मिंटो मॉरले रिफॉर्म्स कहा जाता है।
इस दे विच की कीता गया सी मुस्लिम लीग नूं की कीती गई सी मुस्लिम लीग नूं सैपरेट इलैक्टोरेट दा अधिकार दिता गया सी साडी मुस्लिम लीग बनी कदों सी मुस्लिम लीग बनी सी 1906 दे विच कित्थे बनी सी ढाका दे विच बनी सी इस तो इलावा अगर पूछा जाए कि सैपरेट इलैक्टोरेट दा जो एक्सपेंशन की गई सी बाकी कम्यूनिटीज़ के लिए डिप्रैस्ड क्लासेस दे लई वो कदों की गई सी वो की गई सी गवर्नमेंट ऑफ इंडिया एक्ट 1935 दे विच सो गवर्नमेंट ऑफ इंडिया एक्ट 1919 नूं की कहा जाता सी मॉन्टेग्यू चैम्सफोर्ड रिफॉर्म कहा जाता है इस दे विच रिफॉर्म्स करन दे लई इहदे विच इंपॉर्टेंट की सिस्टम आए सी इहदे विच डायरार्की सिस्टम नूं इंट्रोड्यूस किया गया सी किस लैवल के उत्ते प्रोविंसिस लैवल के उत्ते इंट्रोड्यूस किया गया सी डायरार्की सिस्टम ते 1935 दे विच इस डायरार्की सिस्टम नूं खत्म कर दिता गया सी प्रोविंसिस लैवल के उत्ते लागू किदे ते कर दिता गया सी सेंटर लैवल के उत्ते गवर्नमेंट ऑफ इंडिया एक्ट 1935 दे विच सो गवर्नमेंट ऑफ इंडिया एक्ट 1919 दे विच रिफॉर्म्स करन दे लई की आया सी इंडिया दे विच साइमन कमीशन आया सी ठीक है जी सो इस क्वेश्चन का आंसर है ऑप्शन सी इज अ राइट आंसर सो आज की सीरीज का साडा लास्ट क्वेश्चन होएगा which articles of the constitution deal with the parliamentary system at center कहंदे वो किहड़े आर्टिकल्स ने जो ये चीज़ नूं सिद्ध करते हैं कि इंडिया दे विच पार्लीमेंटरी सिस्टम है सब नूं पता है कि अगर आप यूएसए दो तरीके दी सिस्टम हुंदा एक प्रेजिडेंशियली फॉर्म ऑफ गवर्नमेंट हुंदी है प्रेजिडेंशियल फॉर्म ऑफ गवर्नमेंट ते एक हुंदी है जी साडी पार्लीमेंटरी फॉर्म ऑफ गवर्नमेंट सो साडी कंट्री दे विच की है पार्लीमेंटरी फॉर्म ऑफ गवर्नमेंट है ते पूछा गया है कि किहड़े आर्टिकल्स ने जो ये शो करते हैं कि सेंटर दे विच पार्लीमेंटरी फॉर्म ऑफ गवर्नमेंट है सो इस क्वेश्चन का आंसर होएगा ऑप्शन बी आर्टिकल 74 कि साडी कंट्री दे विच की है पार्लीमेंटरी फॉर्म ऑफ गवर्नमेंट है जो शो किया जाता है किस आर्टिकल के द्वारा आर्टिकल 74 एंड 75 74 की आर्टिकल है 74 की कहता है आर्टिकल 74 कहता है कि जो प्रेसिडेंट है वो जेडे अपने काम है वो किसकी एड एंड एडवाइस के नाल करेगा ठीक है उसनों अपने काम करने पैणगे विद द एड एंड एडवाइस ऑफ काउंसिल ऑफ मिनिस्टर हेड ऑफ प्राइम मिनिस्टर ठीक है जी ते 75 आर्टिकल की कहता है 75 आर्टिकल कहता है कि प्रेसिडेंट की करेगा प्रेसिडेंट अपॉइंट करेगा किसनों ठीक है वो अपॉइंट करेगा प्राइम मिनिस्टर नूं ते काउंसिल ऑफ मिनिस्टर्स नूं बट काउंसिल ऑफ मिनिस्टर नूं विद द एड एंड एडवाइस ऑफ प्राइम मिनिस्टर सो ये दो आर्टिकल ने जो शो करते हैं साडे कंट्री दे विच की है पार्लीमेंटरी फॉर्म ऑफ गवर्नमेंट है सो इस दे नाल ही साडी आज की सीरीज कंप्लीट हुंदी है होपफुली तुहानूं सारे दे सारे क्वेश्चन ते पूरी डिटेल पूरे ध्यान नाल तुसीं समझी होएगी ते समझ आई होएगी ते अपना रिव्यू कमेंट बॉक्स दे विच जरूर देना कि तुहानूं जो वीडियो किस तरीके दी लगी थैंक यू सो मच मिलदे हैं नैक्सट लैक्चर दे विच